ਭਾਰਤੀ ਮੂਲ ਦੇ ਉਮੀਦਵਾਰ ਦਾ ਕਿਸਾਨ ਮੋਰਚੇ ਦੇ ਸਮਰਥਕ ਵਿਰੋਧ ਕਰ ਰਹੇ। ਅਮਰੀਕਾ ਦੇ ਉੱਚ ਕੋਟੀ ਦੇ ਫੌਜੀ ਜਰਨੈਲ ਨੇ ਅਫਗਾਨਾਂ ਤੋਂ ਮਾਫੀ ਮੰਗੀ ਹੈ। ਤੇ ਕਾਹਦੀ ਮਾਫੀ ਮੰਗੀ ਹੈ? ਉਹਦੇ ਨੌਜਵਾਨ ਜਿਹੜੇ ਆ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ। ਕਰੋੜਪਤੀਆਂ ਦੇ ਉੱਤੇ ਕੈਪਟਨ ਸਰਕਾਰ ਨੂੰ ਤਰਸ ਜਿਹੜਾ ਬਹੁਤ ਆ ਰਿਹਾ। ਅਕਾਲੀ ਦਲ ਦੇ ਸੰਸਦ ਘੇਰਨ ਵਾਲੇ ਪ੍ਰੋਗਰਾਮ ਦਾ ਕੀ ਬਣਿਆ? ਗੱਲ ਕਰਾਂਗੇ ਪੰਜਾਬ ਦੇ ਮਿੱਤਰ ਦੇ ਵੱਡੇ ਹਾਈਵੇਜ਼ ਦੀ, ਤੁਹਾਡੀਆਂ ਜ਼ਮੀਨਾਂ ਦੀ ਤੇ ਉਹਨਾਂ ਦੇ ਭਵਿੱਖ ਦੀ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਉਹ ਸੁਲੱਖਣੀ ਘੜੀ ਆਉਣ ਵਾਲੀ ਆ ਜਦੋਂ 20 ਸਤੰਬਰ ਨੂੰ ਕੈਨੇਡਾ ਦੇ ਵਿੱਚ ਚੋਣਾਂ ਹੋਣੀਆਂ ਆ ਅਤੇ ਸਾਰੀਆਂ ਪਾਰਟੀਆਂ ਨੇ ਤਿਆਰੀ ਜਿਹੜੀ ਆ ਪੂਰੀ ਕੀਤੀ ਹੋਈ ਆ। ਚੋਣਾਂ ਕਰਵਾਈਆਂ ਇਸ ਕਰਕੇ ਗਈਆਂ ਸੀਗੀਆਂ ਕਿ ਮੈਜੋਰਟੀ ਸਰਕਾਰ ਸ਼ਾਇਦ ਲੱਗਦਾ ਸੀ ਲਿਬਰਲ ਨੂੰ ਬਣ ਜਾਣੀ ਆ, ਪਰ ਜਿਹੜੇ ਹਾਲਾਤ ਬਣੇ ਹੋਏ ਆ ਹਾਲੇ ਤੱਕ ਵੀ ਇਹ ਪ੍ਰਤੀਤ ਨਹੀਂ ਹੋ ਰਿਹਾ ਕਿ ਮੈਜੋਰਟੀ ਸਰਕਾਰ ਜਿਹੜੀ ਆ ਕਿਸੇ ਦੀ ਵੀ ਬਣ ਸਕਦੀ ਆ। ਬਹੁਤ ਗਿਣਤੀ ਮਾਹਰ ਨੇ ਜਿਹੜੇ ਉਹ ਲਿਬਰਲ ਦੀ ਘੱਟ ਗਿਣਤੀ ਸਰਕਾਰ ਬਣਾ ਰਹੇ ਆ, ਪਰ ਕੁਝ ਨੂੰ ਆਸ ਇਹ ਹੈ ਕਿ ਸ਼ਾਇਦ ਕੁਝ ਫੇਰ ਬਦਲ ਹੋ ਸਕਦਾ ਅਤੇ ਕੰਜ਼ਰਵੇਟਿਵ ਜਿਹੜੀ ਆ ਉਹ ਮੋਰਚਾ ਮਾਰ ਸਕਦੀ ਆ। ਬਹੁਤ ਗਿਣਤੀ ਸਰਕਾਰ ਜਿਹੜੀ ਆ, ਬਹੁਤ ਸਾਮਤੀ ਸਰਕਾਰ ਆ, ਉਹਦੇ ਬਾਰੇ ਕੋਈ ਵੀ ਲਗਭਗ ਹੱਲੇ ਨਹੀਂ ਦੱਸ ਰਿਹਾ। ਸਾਰਿਆਂ ਨੂੰ ਇਹੀ ਜਾਪਦਾ ਕਿ ਇੱਕ ਵਾਰੀ ਫਿਰ ਕੈਨੇਡਾ ਦੇ ਵਿੱਚ ਘੱਟ ਗਿਣਤੀ ਸਰਕਾਰ ਬਣੂਗੀ। ਪਿਛਲੀਆਂ 6 ਜੇ ਚੋਣਾਂ ਦੀ ਗੱਲ ਕਰੀਏ ਤਾਂ ਪਿਛਲੀਆਂ 6 ਚੋਣਾਂ ਤੋਂ ਬਾਅਦ 4 ਦੇ ਵਿੱਚ ਘੱਟ ਗਿਣਤੀ ਸਰਕਾਰ ਬਣੀ ਆ ਅਤੇ ਹੁਣ ਵੀ ਜਾਪਦਾ ਕਿ 5ਵੀਂ ਸਰਕਾਰ ਜਿਹੜੀ ਇਹ ਘੱਟ ਗਿਣਤੀ ਬਣ ਸਕਦੀ ਹੈ ਜੀ। ਸੋ ਕੈਨੇਡਾ ਦੇ ਵਿੱਚ ਇਹ ਜਿਹੜਾ ਦਸਤੂਰ ਇਹ ਆ, ਇੱਕ ਸਹਿਮਤੀ ਇਹ ਆ ਕਿ ਇੱਥੇ ਗੱਠਜੋੜ ਸਰਕਾਰ ਨਹੀਂ ਬਣਾਈ ਜਾਂਦੀ। ਇੱਥੇ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਆ ਚੋਣਾਂ ਤੋਂ ਬਾਅਦ, ਜਿਹਦੇ ਸਭ ਤੋਂ ਵੱਧ MP ਚੁਣੇ ਜਾਂਦੇ ਆ, ਉਹ ਸਰਕਾਰ ਬਣਾ ਲੈਂਦੀ ਆ। ਉਦੋਂ ਬਾਅਦ ਫਿਰ ਦੇਖਿਆ ਜਾਂਦਾ ਵੀ ਭਰੋਸੇ ਦੇ ਵੋਟ ਦੇ ਉੱਤੇ ਜਾ ਕੇ ਸਰਕਾਰ ਟੁੱਟਦੀ ਆ ਜਾਂ ਨਹੀਂ। ਸੋ ਹੁਣ ਵੀ ਅਜਿਹਾ ਹੀ ਹੋਣ ਦੀ ਸੰਭਾਵਨਾ ਹੈ। ਜਿਹੜੀ ਪਾਰਟੀ ਜ਼ਿਆਦਾ ਸੀਟਾਂ ਲੈ ਗਈ ਉਹ ਆਪਣਾ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਆ ਪੇਸ਼ ਕਰ ਸਕਦੀ ਆ। ਅਤੇ ਜੇ ਕੋਈ ਲੱਗਦਾ ਕਿ ਲਿਬਰਲ ਦੇ ਨਾਲੋਂ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਸੀਟਾਂ ਜਿਹੜੀਆਂ ਵੱਧ ਲੈ ਗਈ, ਹੋ ਸਕਦਾ ਫਿਰ ਨਵਾਂ ਜਿਹੜਾ ਕੋਈ ਐਪੀਸੋਡ ਸ਼ੁਰੂ ਹੋ ਜਾਵੇ ਤਾਂ ਛੋਟੀਆਂ ਪਾਰਟੀਆਂ ਜਿਹੜੀਆਂ ਵੱਡੀ ਪਾਰਟੀ ਦੇ ਨਾਲ ਰਲ ਕੇ ਪਹਿਲਾਂ ਹੀ ਕੋਈ ਗੱਠਜੋੜ ਜਿਹੜਾ ਆ ਉਹ ਤੈਅ ਕਰ ਲੈਣ। ਸੋ ਇੱਕ ਨਵਾਂ ਫਾਰਮੂਲਾ ਹੋਣਾ, ਇਸ ਕਰਕੇ ਜਿਹੜਾ ਆ ਇਹਦੀ ਨਜ਼ਰ ਕਾਫੀ ਲੋਕਾਂ ਨੇ ਇਸ 'ਤੇ ਗੱਡੀ ਹੋਈ ਹੈ। ਇਹਦੇ ਨਾਲ ਹੀ ਆਪਾਂ ਗੱਲ ਕੱਲ੍ਹ ਕੀਤੀ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਸਾਬਕਾ ਸੀਗੇ ਬਰਾਕ ਓਬਾਮਾ, ਉਹਨਾਂ ਨੇ ਜਸਟਿਨ ਟਰੂਡੋ ਦੀ ਸ਼ਲਾਘਾ ਕੀਤੀ ਆ ਅਤੇ ਉਹਨਾਂ ਦੀ ਇੰਡੋਰਸਮੈਂਟ ਕੀਤੀ ਆ। ਅੱਜ ਅਮਰੀਕਾ ਦੀ ਇੱਕ ਹੋਰ ਆਗੂ ਹਿਲਰੀ ਕਲਿੰਟਨ ਨੇ ਬਕਾਇਦਾ ਟਵੀਟ ਕਰਕੇ ਜਸਟਿਨ ਟਰੂਡੋ ਉਹਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਭੇਜਦੀਆਂ ਚੋਣਾਂ ਦੇ ਵਿੱਚ। ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਸਾਡਾ ਵਧੀਆ ਐਕਸਪੀਰੀਅੰਸ ਰਿਹਾ ਆ। ਕਈ ਮੁੱਦਿਆਂ ਦੇ ਉੱਤੇ ਅਸੀਂ ਰਲ ਕੇ ਕੰਮ ਕੀਤਾ ਆ। ਹੁਣ ਇਸ ਗੱਲ ਨੂੰ ਲੈ ਕੇ ਟੋਰੀ ਜਿਹੜੇ ਸਮਰਥਕ ਆ ਉਹ ਹੋਰ ਪਾਸੇ ਗੱਲ ਲਿਜਾ ਰਹੇ ਆ। ਉਹ ਕਹਿੰਦੇ ਲਿਬਰਲ ਵਾਲੇ ਖੁਦ ਹੀ ਕਹਿੰਦੇ ਸੀਗੇ ਕਿ ਅਸੀਂ ਦਖਲਅੰਦਾਜ਼ੀ ਜਿਹੜੀ ਆ, ਫੋਰਨ ਇੰਟਰਫੀਅਰੈਂਸ ਆ, ਉਹ ਬੰਦ ਕਰਨੀ ਆ। ਜਿਹੜੀ ਕੈਨੇਡਾ ਦੀ ਖੁਫੀਆ ਏਜੰਸੀ ਉਹਨੇ ਇੱਕ ਵਾਰੀ ਨਹੀਂ ਕਈ ਵਾਰੀ ਇਹ ਗੱਲ ਕਹੀ ਆ ਕਿ ਭਾਰਤ, ਚੀਨ, ਰੂਸ ਤੋਂ ਜਿਹੜੀ ਆ ਫੋਰਨ ਇੰਟਰਫੀਅਰੈਂਸ ਦਾ ਖਤਰਾ ਆ। ਉਹ ਕਹਿੰਦੇ ਵੀ ਹੁਣ ਖੁਦ ਬਰਾਕ ਓਬਾਮਾ, ਹਿਲਰੀ ਕਲਿੰਟਨ ਜਿਹੜੇ ਵਿਦੇਸ਼ੀ ਆਗੂ ਆ, ਉਹ ਇੰਡੋਰਸਮੈਂਟਸ ਕਰ ਰਹੇ ਆ ਜਸਟਿਨ ਟਰੂਡੋ ਦੀ ਵੀ ਕੀ ਇਹ ਜਿਹੜੀ ਆ ਫੋਰਨ ਇੰਟਰਫੀਅਰੈਂਸ ਨਹੀਂ ਹੈਗੀ, ਇਹ ਉਸ ਦਾਇਰੇ ਦੇ ਵਿੱਚ ਨਹੀਂ ਆਉਂਦੀ। ਇਸ ਗੱਲ ਲਈ ਅੱਜ ਜਿਹੜੇ ਟੋਰੀ ਸਮਰਥਕ ਨੇ ਉਹ ਲਿਬਰਲ ਪਾਰਟੀ ਦੇ ਉੱਤੇ ਹਮਲੇ ਕਰ ਰਹੇ ਆ, ਜਦੋਂ ਕਿ ਲਿਬਰਲ ਪਾਰਟੀ ਦੇ ਸਮਰਥਕ ਕਹਿ ਰਹੇ ਆ ਕਿ ਇਹ ਦੋਸ਼ ਜਿਹੜੇ ਆ ਉਹ ਜਾਇਜ਼ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਸਿਰਫ ਸ਼ੁਭ ਇਸ਼ਾਵਾਂ ਦਿੱਤੀਆਂ ਆ। ਉਹਨਾਂ ਨੇ ਕੋਈ ਆ ਕੇ ਚੋਣਾਂ ਦੇ ਵਿੱਚ ਦਖਲ ਨਹੀਂ ਦਿੱਤਾ ਕਿ ਸਾਡੇ ਢਾਂਚੇ ਨੂੰ ਜਿਹੜਾ ਆ ਉਹ ਕੋਈ ਵਿਗਾੜਨ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ। ਇਸ ਦੇ ਨਾਲ ਹੀ ਓਟਵਾ ਦੇ ਲਾਗੇ ਇੱਕ ਰਾਈਡਿੰਗ ਹੈਗੀ ਆ ਨੇਪੀਅਨ ਦੀ, ਉੱਥੇ ਖੜ੍ਹੇ ਇੱਕ ਭਾਰਤੀ ਮੂਲ ਦੇ ਲਿਬਰਲ ਉਮੀਦਵਾਰ ਦਾ ਉੱਥੋਂ ਦੇ ਪੰਜਾਬੀ ਜਿਹੜੇ ਆ ਵੱਡੀ ਪੱਧਰ 'ਤੇ ਵਿਰੋਧ ਕਰ ਰਹੇ ਆ। ਅਕਸਰ ਵਿਰੋਧ ਹੁੰਦਾ ਕਿ ਕੋਈ ਰੋਸ ਮੁਜ਼ਾਹਰਾ ਕਰ ਦਿੱਤਾ ਜਾਂ ਕੋਈ ਹੋਰ ਪ੍ਰਦਰਸ਼ਨ ਕਰ ਦਿੱਤਾ, ਪਰ ਇੱਥੇ ਕੀ ਦੇਖਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਚੰਦਰਾ ਆਰੀਆ ਲਿਬਰਲ ਉਮੀਦਵਾਰ ਜਿਹੜੇ ਉਹਨਾਂ ਦੇ ਬੋਰਡ ਲੱਗੇ ਹੋਏ ਆ, ਉੱਥੇ ਨਾਲ ਹੀ ਨਾਲ ਜਿਹੜੇ ਆ ਕਿਸਾਨ ਸਮਰਥਕਾਂ ਵੱਲੋਂ ਕੈਨੇਡਾ ਦੇ ਨੇਪੀਅਨ ਰਾਈਡਿੰਗ ਦੇ ਵਿੱਚ ਇਹ ਬੋਰਡ ਜਿਹੜੇ ਲਾਏ ਗਏ ਆ। ਸੋ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਆ ਕਿ ਓਟਵਾ ਪੰਜਾਬੀ ਐਸੋਸੀਏਸ਼ਨ ਬਕਾਇਦਾ ਤੌਰ 'ਤੇ ਰਜਿਸਟਰਡ ਥਰਡ ਪਾਰਟੀ ਜਿਹੜੀ ਆ ਇਲੈਕਸ਼ਨ ਕੈਨੇਡਾ ਦੇ ਵਿੱਚ ਰਜਿਸਟਰ ਕਰਾਈ ਗਈ ਆ, ਅਤੇ ਉਹਨਾਂ ਵੱਲੋਂ ਜਿਹੜੇ ਇਹ ਲਿਬਰਲ ਉਮੀਦਵਾਰ ਆ ਜਿਹੜੇ ਕਿ ਚੰਦਰਾ ਆਰੀਆ ਜਿਹਨਾਂ ਦਾ ਨਾਂ ਆ, ਉਹਨਾਂ ਦੇ ਖਿਲਾਫ ਯੋਜਨਾਬੱਧ ਤਰੀਕੇ ਦੇ ਨਾਲ ਮੁਹਿੰਮ ਛੇੜੀ ਗਈ ਆ। ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਦੋਂ ਪੂਰੀ ਦੁਨੀਆ ਜਿਹੜੀ ਆ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੀ ਸੀਗੀ, ਈਵਨ ਜਸਟਿਨ ਟਰੂਡੋ ਨੇ ਵੀ ਅਤੇ ਹੋਰ ਲੋਕ ਜਿਹੜੇ ਦੁਨੀਆ ਦੇ ਵੱਡੇ ਉਹਨਾਂ ਨੇ ਵੀ ਇਹ ਗੱਲਬਾਤ ਕੀਤੀ, ਤਾਂ ਇਸ ਹਲਕੇ ਵਿੱਚ ਰਹਿੰਦੇ ਪੰਜਾਬੀਆਂ ਨੇ ਚੰਦਰਾ ਆਰੀਆ ਜਿਹੜੇ ਖੁਦ ਭਾਰਤੀ ਮੂਲ ਦੇ ਆ, ਉਹਨਾਂ ਤੱਕ ਇਹ ਅਪਰੋਚ ਕੀਤੀ ਸੀ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ, ਤੁਸੀਂ ਇਸ ਵਾਸਤੇ ਕੁਝ ਗੱਲ ਕਰੋ। ਉਹ ਉਹਨਾਂ ਨੂੰ ਈਮੇਲਸ ਵੀ ਕੀਤੀਆਂ ਗਈਆਂ, ਉਹਨਾਂ ਦੇ ਦਫ਼ਤਰ ਫੋਨ ਵੀ ਕੀਤੇ ਗਏ। ਇਹਨਾਂ ਵਿਅਕਤੀਆਂ ਦਾ ਦੋਸ਼ ਆ ਕਿ ਉਹਨਾਂ ਨੇ ਕਿਸੇ ਵੀ ਈਮੇਲ ਦਾ, ਕਿਸੇ ਵੀ ਵੋਇਸ ਮੇਲ ਦਾ ਜਿਹੜਾ ਜਵਾਬ ਦੇਣਾ ਸਹੀ ਨਹੀਂ ਸਮਝਿਆ, ਅਤੇ ਉਹਨਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਨਾਲ ਜਿਹੜੀ ਸਹਿਮਤੀ ਪ੍ਰਗਟਾਈ ਕਿ ਜਿਹੜੇ ਇਹ ਖੇਤੀ ਬਿੱਲ
ਲਾਗੂ ਕੀਤੇ ਗਏ ਆ ਸਹੀ ਆ। ਸੋ ਇਸ ਗੱਲ ਦੀ ਜਿਹੜੀ ਨਾਰਾਜ਼ਗੀ ਆ ਹੁਣ ਚੋਣਾਂ ਦੇ ਵਿੱਚ ਖੁੱਲ੍ਹ ਕੇ ਪ੍ਰਗਟਾਈ ਜਾ ਰਹੀ ਹੈ। ਨੇਪੀਅਨ ਹਲਕੇ ਦੇ ਵਿੱਚ ਆਰੀਆ ਦਾ ਖੁੱਲ੍ਹ ਕੇ ਵਿਰੋਧ ਜਿਹੜਾ ਆ ਉਹ ਪੰਜਾਬ ਦੇ ਕਿਸਾਨ ਸਮਰਥਕਾਂ ਵੱਲੋਂ ਕੀਤਾ ਜਾ ਰਿਹਾ ਜੀ। ਗੱਲ ਕਰਾਂਗੇ ਅਮਰੀਕਾ ਦੀ, ਅਫਗਾਨਿਸਤਾਨ ਦੀ। ਸੋ ਤੁਹਾਨੂੰ ਯਾਦ ਹੋਣਾ ਕਿ 29 ਅਗਸਤ ਨੂੰ ਜਦੋਂ ਕਿ ਪੂਰੀ ਉੱਥੇ ਭਗਦੜ ਮੱਚੀ ਹੋਈ ਸੀਗੀ ਕਿ ਅਮਰੀਕਾ ਫੌਜਾਂ ਆਪਣੀਆਂ ਬਾਹਰ ਕੱਢ ਰਿਹਾ ਸੀ ਅਫਗਾਨਿਸਤਾਨ ਤੋਂ, ਤਾਂ ਕਾਬਲ ਹਵਾਈ ਅੱਡੇ 'ਤੇ ਅਫਗਾਨਾਂ ਦੀ ਬਹੁਤ ਵੱਡੀ ਭੀੜ ਸੀ। ਉੱਥੇ ਇੱਕ ਆਤਮਘਾਤੀ ਜਿਹੜਾ ਬੰਬਰ ਸੀਗਾ ਉਹਨੇ ਜਿਹੜਾ ਬੰਬ ਚਲਾਇਆ, 175 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਜਿਹੜੇ ਸੀਗੇ ਅਫਗਾਨ ਸੀਗੇ। 13 ਅਮਰੀਕਨ ਫੌਜੀ ਜਿਹੜੇ ਆ ਉਹ ਵੀ ਇਸ ਧਮਾਕੇ ਦੇ ਵਿੱਚ ਮਾਰੇ ਗਏ ਸੀਗੇ। ਅਤੇ ਉਸ ਤੋਂ ਬਾਅਦ ਵਿੱਚ ਅਮਰੀਕਾ ਨੇ ਬਦਲਾ ਲਊ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਬਾਅਦ ਇੱਕ ਡਰੋਨ ਹਮਲਾ ਜਿਹੜਾ ਆ ਉਹ ਕੀਤਾ ਸੀ ਕਾਬਲ ਦੇ ਉੱਤੇ। ਉਹਦੇ ਵਿੱਚ 10 ਜਣੇ ਮਾਰੇ ਗਏ ਸੀਗੇ। ਹੁਣ ਜਿਹੜੇ ਅਮਰੀਕਾ ਦੇ ਉੱਚ ਕੋਟੀ ਦੇ ਟੌਪ ਜਰਨੈਲ ਫਰੈਂਕ ਮੈਕੈਂਜੀ ਨੇ, ਜਿਹੜੇ ਕਿ ਹੈੱਡ ਆਫ ਦਾ US ਸੈਂਟਰਲ ਕਮਾਂਡ ਨੇ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜਿਹੜੇ ਉਹ 10 ਬੰਦੇ ਮਾਰੇ ਗਏ ਸੀਗੇ ਉਹ ਸਾਰੇ ਆਮ ਅਫਗਾਨ ਨਾਗਰਿਕ ਸੀਗੇ। ਉਹਨਾਂ ਆਮ ਅਫਗਾਨ ਨਾਗਰਿਕਾਂ ਦੇ ਵਿੱਚੋਂ 7 ਬੱਚੇ ਸੀਗੇ। ਉਹ ਕਹਿੰਦੇ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਸੀਗਾ। ਸਾਡੇ ਕੋਲ ਜਿਹੜੀ ਜਾਣਕਾਰੀ ਗਲਤ ਸੀਗੀ, ਉਸ ਜਾਣਕਾਰੀ ਦੇ ਆਧਾਰ ਦੇ ਉੱਤੇ ਡਰੋਨ ਦੇ ਨਾਲ ਬੰਬ ਸੁੱਟਿਆ ਗਿਆ ਅਤੇ ਮਾਰੇ ਜਾਣ ਵਾਲਿਆਂ ਵਿੱਚੋਂ ਕੋਈ ਵੀ ਗਲਤ ਬੰਦਾ ਨਹੀਂ ਸੀਗਾ, ਕੋਈ ਵੀ ਅੱਤਵਾਦੀ ਨਹੀਂ ਸੀਗਾ। ਸਾਰੇ ਦੇ ਸਾਰੇ ਆਮ ਲੋਕ ਸੀਗੇ। ਕਹਿੰਦੇ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਮਾਰੇ ਜਾਣ ਵਾਲੇ ਜਿਹੜੇ ਇਸਲਾਮਿਕ ਸਟੇਟ ਇਨ ਖੁਰਾਸਾਨ ਪ੍ਰੋਵਿੰਸ ਜਾਂ ISIS-K ਦੇ ਨਾਲ ਜੁੜੇ ਹੋਏ ਬੰਦੇ ਆ, ਉਹ ਕਹਿੰਦੇ ਇਹ ਜਾਣਕਾਰੀ ਜਿਹੜੀ ਆ ਗਲਤ ਸੀਗੀ, ਸਾਨੂੰ ਗਲਤ ਸੂਚਨਾ ਮਿਲੀ ਸੀਗੀ, ਉਸ ਗਲਤ ਸੂਚਨਾ ਦੇ ਆਧਾਰ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਅਸੀਂ ਹੁਣ ਇਹ ਗੱਲ ਦੀ ਮਾਫੀ ਮੰਗਦੇ ਹਾਂ ਕਿ ਇਹ ਜਿਹੜੇ ਲੋਕ ਮਾਰੇ ਗਏ ਹਨ ਭੋਲ, ਇਹਨਾਂ ਦੇ ਮਰਨ ਦਾ ਸਾਨੂੰ ਦੁੱਖ ਆ। ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਿਹੜੀ ਆ ਉਹ ਜ਼ਾਹਰ ਕਰਦੇ ਹਾਂ। ਇੱਕ ਬਹੁਤ ਵੱਡੀ ਗਲਤੀ ਸੀ ਅਤੇ ਇਸ ਦੀ ਅਸੀਂ ਮਾਫੀ ਜਿਹੜੀ ਆ ਉਹ ਚਾਹੁੰਦੇ ਹਾਂ। ਸੋ ਇਸ ਤਰ੍ਹਾਂ ਕਈ ਵਾਰੀ ਜਿਹੜੇ ਆ ਤਕੜੇ ਉਹ ਧੱਕਾ ਕਰ ਜਾਂਦੇ ਆ ਮਾੜੇ ਨਾਲ। ਹੁਣ ਸਿਰਫ ਇੱਕ ਸੌਰੀ ਕਹਿ ਕੇ ਜਿਹੜਾ ਜੀ ਉਹ ਗੱਲ ਨਿਪਟ ਜਾਣੀ ਆ, ਪਰ ਜਿਨ੍ਹਾਂ ਦੇ 10 ਮਰ ਗਏ ਨਿਰਦੋਸ਼, ਉਹ ਕਦੀ ਵਾਪਸ ਜਿਹੜੇ ਆ ਉਹ ਨਹੀਂ ਆਉਣੇ। ਗੱਲ ਅਮਰੀਕਾ ਦੇ ਨਾਲ ਸੰਬੰਧਿਤ ਪੰਜਾਬ ਨਾਲ ਕਰੀਏ ਤਾਂ ਅਮਰੀਕਾ ਦੀ ਜਿਹੜੀ ਜਥੇਬੰਦੀ ਸਿੱਖਸ ਫॉर ਜਸਟਿਸ ਆ, ਜਿਹਦੇ ਵੱਲੋਂ ਕਿ ਸਿੱਖਾਂ ਦੀ ਆਜ਼ਾਦੀ ਦੀ ਸ਼ਾਂਤਮਈ ਮੁਹਿੰਮ ਵੱਡੀ ਪੱਧਰ 'ਤੇ ਚਲਾਈ ਜਾਂਦੀ ਹੈ, ਰੈਫਰੈਂਡਮ 2020 ਕਰਕੇ ਬੜੀ ਚਰਚਾ ਦੇ ਵਿੱਚ ਰਹੇ ਆ। ਉਹਨਾਂ ਦੇ ਨਾਲ ਜੋੜ ਕੇ ਪੰਜਾਬ ਦੇ ਵਿੱਚ 3 ਜਣੇ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਆ ਅਤੇ ਦਾਅਵਾ ਕੀਤਾ ਪੰਜਾਬ ਪੁਲਿਸ ਨੇ ਕਿ ਇਹ ਜਿਹੜੇ ਵਿਅਕਤੀ ਗੁਰਵਿੰਦਰ ਸਿੰਘ ਜਿਹਦਾ ਪਿੰਡ ਰਾਮਪੁਰ ਖੰਨੇ ਦੇ ਕੋਲੇ ਆ, ਜਸਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਜਿਹੜੇ ਕਿ ਰੋਪੜ ਕੋਲੇ ਕਸਬੇ ਮਰਿੰਡਾ ਦੇ ਰਹਿਣ ਵਾਲੇ ਆ, ਇਹਨਾਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਖਤਰਨਾਕ ਸਮੱਗਰੀ ਜਿਹੜੀ ਆ ਉਹ ਬਰਾਮਦ ਹੋਈ ਆ। ਜਿਹੜੀ ਖਤਰਨਾਕ ਸਮੱਗਰੀ ਬਰਾਮਦ ਹੋਈ ਆ, ਇਹ ਜਦੋਂ ਅਸੀਂ ਦੱਸਾਂਗੇ ਤੁਹਾਨੂੰ ਤਾਂ ਸ਼ਾਇਦ ਤੁਸੀਂ ਆਪ ਸੋਚੋਗੇ ਵੀ ਇਹ ਕਿਹੜੀ ਖਤਰਨਾਕ ਸਮੱਗਰੀ ਆ। ਇਹਦੇ ਵਿੱਚ 2.5 ਲੱਖ ਤੋਂ ਉੱਪਰ ਦੱਸਿਆ ਗਿਆ ਕਿ ਜਿਹੜੇ ਪੈਂਫਲੇਟ ਜਾਣੀ ਕਿ ਪਰਚੇ ਜਿਹੜੇ ਆ ਉਹ ਫੜੇ ਗਏ ਆ, ਜਿਹੜੇ ਕਿ ਰੈਫਰੈਂਡਮ 2020 ਦੀ ਗੱਲ ਕਰਦੇ ਸੀਗੇ। ਇੱਕ ਕੈਨਨ ਦਾ ਪ੍ਰਿੰਟਰ ਜਿਹੜਾ ਵੱਡਾ ਹੈ ਜਿਹਦੇ ਨਾਲ ਇਹ ਛਾਪੇ ਜਾਂਦੇ ਸੀ, ਉਹ ਫੜਿਆ ਗਿਆ। ਕੁਝ ਸਪਰੇਅ ਕਰਨ ਵਾਲੀਆਂ ਬੋਤਲਾਂ ਉਹ ਫੜੀਆਂ ਗਈਆਂ, ਜਿਨ੍ਹਾਂ ਦੇ ਨਾਲ ਕਹਿੰਦੇ ਸੀ ਵੀ ਇਹ ਕੰਧਾਂ ਦੇ ਉੱਤੇ ਰਾਤ ਨੂੰ ਜਿਹੜਾ ਆ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੁੰਦੇ ਸੀ ਜਾਂ ਰੈਫਰੈਂਡਮ 2020 ਲਿਖੇ ਹੁੰਦੇ ਸੀ। ਇਹਦੇ ਨਾਲ ਕੁਝ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਫੜੇ ਗਏ ਆ ਜੀ। ਸੋ ਇਹਨਾਂ ਫੜੇ ਗਏ ਵਿਅਕਤੀਆਂ ਦੇ ਉੱਤੇ 124A, 153A, 153V ਅਤੇ 120V ਦੇ ਤਹਿਤ ਅਤੇ ਇਸ ਤੋਂ ਇਲਾਵਾ 17, 18, 20, 40 ਜਿਹੜੀ UAPA ਦੀਆਂ ਧਾਰਾਵਾਂ ਨੇ, ਸਿਰੇ ਦਾ ਕਾਲਾ ਕਾਨੂੰਨ ਜਿਹੜਾ ਹੈ ਜੀ ਉਹ ਉਹਨਾਂ ਦੇ ਉੱਤੇ ਥੋਪ ਦਿੱਤਾ ਗਿਆ। ਦੋਸ਼ ਇਹ ਲਾਏ ਗਏ ਆ ਕਿ ਇਹ ਵਿਅਕਤੀ ਜਿਹੜੇ ਫੜੇ ਗਏ ਆ, ਇਹਨਾਂ ਦੇ ਨਾਲ ਸੱਚ ਹੋਰ ਵੀ ਨਾਮਜ਼ਦ ਕੀਤੇ ਗਏ ਬੰਦੇ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਸਹਾਏ ਮੱਖੂ। ਇਹ 4 ਜਣੇ ਅਮਰੀਕਾ ਦੇ ਰਹਿਣ ਵਾਲੇ ਆ ਅਤੇ ਇੱਕ ਜਗਜੀਤ ਸਿੰਘ ਮੰਗਟ ਖੰਨੇ ਦਾ ਰਹਿਣ ਵਾਲਾ, ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਸੋ ਦੋਸ਼ ਇਹ ਲਾਏ ਗਏ ਆ ਕਿ ਜਿਹੜਾ ਗੁਰਵਿੰਦਰ ਸਿੰਘ ਸੀ, ਉਹ ਕਹਿੰਦੇ ਵੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰੈਫਰੈਂਡਮ 2020 ਵਾਸਤੇ ਭੜਕਾ ਰਿਹਾ ਸੀਗਾ। ਜਿਹੜਾ ਸਿੱਖਸ ਫॉर ਜਸਟਿਸ ਦੇ ਨਾਲ ਰਲ ਕੇ ਇੱਕ YouTube ਚੈਨਲ ਚੱਲ ਰਿਹਾ US ਮੀਡੀਆ ਇੰਟਰਨੈਸ਼ਨਲ, ਜਿਹਨੂੰ ਕਿ JS ਧਾਲੀਵਾਲ ਹੁਣੀ ਚਲਾਉਂਦੇ ਆ ਅਤੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦਾ ਕਹਿੰਦੇ ਮਗਰ ਥਾਪੜਾ ਉਹਦਾ, ਉਹ ਇਹਨਾਂ ਨੂੰ ਮੋਹਰੇ ਲਾ ਕੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੁਹਿੰਮ ਜਿਹੜੀ ਆ ਉਹ ਤੋੜ ਰਹੇ ਸੀਗੇ। ਹੁਣ ਇੱਕ ਪਾਸੇ ਭਾਰਤ ਸਰਕਾਰ ਖੁਦ ਕਹਿੰਦੀ ਹੈ ਕਿ ਸ਼ਾਂਤਮਈ ਕੋਈ ਵੀ ਗੱਲ ਕਰਨੀ ਜਿਹੜੀ ਆ ਉਹ ਮਾੜੀ ਨਹੀਂ ਹੈਗੀ, ਭਾਰਤ ਦਾ ਸੰਵਿਧਾਨ ਵੀ ਇਹੀ ਕਹਿੰਦਾ। ਪਰ ਜਿੰਨਾ ਕੁ ਸਮਾਨ ਇਹਨਾਂ ਕੋਲੋਂ ਫੜਿਆ ਗਿਆ, ਚਾਹੇ ਉਹ 2.5 ਲੱਖ ਪਰਚਾ ਫੜਿਆ ਗਿਆ ਜਾਂ ਖਾਲਿਸਤਾਨ ਦਾ ਝੰਡਾ ਫੜਿਆ ਗਿਆ ਜਾਂ ਜਿਹੜੇ ਪ੍ਰਿੰਟਰ ਫੜੇ ਗਏ ਆ, ਸਪਰੇਅ ਗੰਨਾਂ ਫੜੀਆਂ ਗਈਆਂ ਜਾਂ ਸਿਆਹੀ ਜਿਹੜੀ ਫੜੀ ਗਈ ਆ, ਉਹਦੇ ਵਿੱਚੋਂ ਕੋਈ ਵੀ ਸਮਾਨ ਜਿਹੜਾ ਇੱਦਾਂ ਦਾ ਨਹੀਂ ਲੱਗਦਾ ਜਿਹੜਾ ਕੋਈ ਧਮਾਕਾ ਖੇਸ ਹੋਵੇ, ਜਿਹਦੇ ਨਾਲ ਕਿਸੇ ਦੀ ਜਾਨ ਨੂੰ ਕੋਈ ਖਤਰਾ ਹੋਵੇ। ਪਰ ਫਿਰ ਵੀ ਜਿਹੜੀਆਂ UAPA ਦੀਆਂ ਧਾਰਾਵਾਂ ਸਖਤ ਆ ਇਹਨਾਂ ਦੇ ਉੱਤੇ ਲਾ ਦਿੱਤੀਆਂ ਗਈਆਂ। ਅਸਲ ਵਿੱਚ ਗੱਲ ਇਹੀ ਹੈ ਕਿ ਇੱਕ ਪਾਸੇ ਸਿੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਮੋਦੀ ਦੀ ਅਮਰੀਕਾ ਫੇਰੀ ਮੌਕੇ ਜਿਹੜੀ ਆ 24-25 ਤਰੀਕ ਨੂੰ ਅਗਲੇ ਹਫ਼ਤੇ ਹੋਣੀ ਆ, ਉਹਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਨੂੰ ਵਰਤ ਕੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵਰਤ ਕੇ ਮੋਦੀ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ
ਤਾਂ ਕਿ ਇਹ ਜਿਹੜਾ ਵਿਰੋਧ ਆ ਕਿਸੇ ਤਰੀਕੇ ਘੱਟ ਵੀ ਹੋਵੇ। ਵੈਸੇ ਵੀ ਹੁਣ ਅਗਾਂਹ ਚੋਣਾਂ ਹੋਣੀਆਂ ਆ ਪੰਜਾਬ ਦੇ ਵਿੱਚ, ਵਿਧਾਨ ਸਭਾ ਚੋਣਾਂ, ਤਾਂ ਬਹੁਤ ਗਿਣਤੀ ਨੂੰ ਡਰਾਉਣ ਦੇ ਵਾਸਤੇ ਅਜਿਹੇ ਜਿਹੜੇ ਹਰਬੇ ਆ ਬੜੇ ਕੰਮ ਆਉਂਦੇ ਆ। ਜਿੱਤਣਾ ਜਿਹੜਾ ਆ ਉਹ ਸੌਖਾ ਹੋ ਜਾਂਦਾ ਜੀ। ਇਸ ਦੇ ਨਾਲ ਹੀ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਜਿਹੜੇ ਤਕੜੇ ਜਿਹੜੇ ਕਹਿ ਲਓ ਵੀ ਅਸਰ ਸੂਖ ਵਾਲੇ ਬੰਦੇ ਆ, ਖਾਸ ਕਰਕੇ ਸਰਕਾਰ ਦੇ ਮੰਤਰੀ ਸੰਤਰੀ ਆ, ਉਹਨਾਂ ਨੂੰ ਜਿਹੜਾ ਆ ਜੀ ਉਹ ਮਾਲ ਚੁਕਾਇਆ ਜਾਂਦਾ ਰਿਹਾ ਆ, ਅਤੇ ਹੁਣ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ ਆ। ਬੀਤੇ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਿਆਨ ਸਿੰਘ ਮੁੱਖ ਮੰਤਰੀ ਦੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਨੂੰ DSP ਦੀਆਂ ਨੌਕਰੀਆਂ, ਇਸ ਤੋਂ ਇਲਾਵਾ ਬਾਜਵਾ ਪਰਿਵਾਰ ਦੇ ਫਰਜ਼ੰਦਾਂ ਨੂੰ ਨੌਕਰੀਆਂ, ਅਤੇ ਹੁਣ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕਿ ਮਾਲ ਮੰਤਰੀ ਆ, ਉਹਨਾਂ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ ਦੇ ਉੱਤੇ ਇਨਕਮ ਟੈਕਸ ਜਾਂ ਮਾਲ ਮਹਿਕਮੇ ਦੇ ਵਿੱਚ ਜਿਹੜੀ ਆ ਨੌਕਰੀ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ, ਜਿਹਦੇ ਵਾਸਤੇ ਬਕਾਇਦਾ ਪੰਜਾਬ ਕੈਬਨਿਟ ਵੱਲੋਂ ਇਸ VIP ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਗਈ ਆ। ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਆ। ਜਿਹੜੇ ਵੇਰਵੇ ਬਾਹਰ ਨਿਕਲੇ ਆ ਉਹਨਾਂ ਦੇ ਮੁਤਾਬਕ ਗੁਰਸ਼ੇਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਕੋਲ ਇਸ ਵੇਲੇ 35 ਏਕੜ ਵਾਹੀਯੋਗ ਜ਼ਮੀਨ ਆ। ਪਟਿਆਲੇ ਦੇ ਵਿੱਚ 1000 ਗਜ ਦਾ ਜਿਹੜਾ ਰਿਹਾਇਸ਼ੀ ਮਕਾਨ ਆ, ਲੁਧਿਆਣੇ ਵਿੱਚ 800 ਗਜ ਦੇ 2 ਰਿਹਾਇਸ਼ੀ ਪਲਾਟ ਆ, ਇੱਕ ਚੰਡੀਗੜ੍ਹ ਦੇ ਵਿੱਚ ਫਲੈਟ ਹੈਗਾ ਆ। ਇਸ ਤੋਂ ਇਲਾਵਾ ਪਰਿਵਾਰ ਦੇ ਕੋਲ ਇੱਕ FCI ਦਾ ਗੋਦਾਮ ਅਤੇ ਹੋਰ ਬਹੁਤ ਸਾਰੀ ਜਾਇਦਾਦ ਜਿਹੜੀ ਆ ਮੌਜੂਦ ਆ। ਸੋ ਇਸ ਗਰੀਬ ਕਰੋੜਪਤੀ ਪਰਿਵਾਰ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਜਿਹੜੀ ਆ ਦਿੱਤੀ ਜਾ ਰਹੀ ਆ। ਦੂਜੇ ਪਾਸੇ ਪੰਜਾਬ ਦੀ ਜਿਹੜੀ ਬੇਰੁਜ਼ਗਾਰ ਜਵਾਨੀ ਆ ਉਹ ਨੌਕਰੀ ਲਈ ਤਰਸਦੀ ਆ, ਅਤੇ ਪੰਜਾਬ ਦੇ ਵਿੱਚ ਜਿਹੜੀ ਕੈਪਟਨ ਦੀ ਸਕੀਮ ਸੀ ਘਰ ਘਰ ਰੋਜ਼ਗਾਰ ਸਕੀਮ, ਉਹ ਇੱਕ ਤਰ੍ਹਾਂ ਸਿਰਫ ਮੰਤਰੀਆਂ ਦੇ ਘਰ ਰੋਜ਼ਗਾਰ ਦੀ ਸਕੀਮ ਜਿਹੜੀ ਆ ਉਹ ਬਣ ਕੇ ਰਹਿ ਚੱਲੀ ਹੈ ਜੀ। ਇਸ ਦੇ ਨਾਲ ਆਪਾਂ ਗੱਲ ਕਰਾਂਗੇ ਅਕਾਲੀ ਦਲ ਵੱਲੋਂ ਅੱਜ ਦਿੱਲੀ ਦੇ ਵਿੱਚ ਕੀਤੇ ਗਏ ਰੋਸ ਧਰਨੇ ਦੀ, ਰੋਸ ਮਾਰਚ ਦੀ। ਅਕਾਲੀ ਦਲ ਨੇ ਇਹ ਐਲਾਨ ਕੀਤਾ ਹੋਇਆ ਸੀਗਾ ਕਿ ਉਹ ਸੰਸਦ ਭਵਨ ਵੱਲ ਨੂੰ ਪੈਦਲ ਮਾਰਚ ਕਰਨਗੇ, ਗੁਰਦੁਆਰਾ ਰਕਾਬਗੰਜ ਸਾਹਿਬ ਜਾਣਗੇ। ਹਾਲਾਂਕਿ ਦਿੱਲੀ ਦੀ ਜਿਹੜੀ ਦਿੱਲੀ ਦਾ ਪ੍ਰਸ਼ਾਸਨ ਹੈ, ਦਿੱਲੀ ਸਰਕਾਰ ਆ, ਉਹਨਾਂ ਨੇ ਇਹਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਹੋਈ, ਤਾਂ ਪਰ ਅਕਾਲੀ ਆਗੂ ਨੇ ਕੱਲ੍ਹ ਹੀ ਕਹਿ ਦਿੱਤਾ ਸੀਗਾ ਕਿ ਸਾਨੂੰ ਪ੍ਰਵਾਨਗੀ ਮਿਲੇ ਚਾਹੇ ਨਾ, ਪਰ ਅਸੀਂ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ, ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਇਹ ਰੋਸ ਮਾਰਚ ਜਿਹੜਾ ਜ਼ਰੂਰ ਕੱਢਾਂਗੇ। ਸੋ ਆਪਣੇ ਜਿਹੜੇ ਉਹਨਾਂ ਨੇ ਇਹ ਜਿੱਦ ਦੇ ਉੱਤੇ ਕਾਇਮ ਰਹਿੰਦਿਆਂ ਮਾਰਚ ਕੱਢਿਆ, ਪਰ ਉਹਨੂੰ ਸੰਸਦ ਭਵਨ ਵੱਲ ਜਾਣ ਨਹੀਂ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ, ਅਨਿਲ ਜੋਸ਼ੀ ਅਤੇ ਹੋਰ ਆਗੂਆਂ ਨੂੰ ਜਿਹੜਾ ਹੈ ਜੀ ਉਹ ਗ੍ਰਿਫਤਾਰ ਕਰਕੇ ਦਿੱਲੀ ਦੇ ਇੱਕ ਲੋਕਲ ਥਾਣੇ ਲਿਜਾਇਆ ਗਿਆ। ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ। ਪੁਲਿਸ ਦਾ ਇਹੀ ਦੋਸ਼ ਸੀਗਾ ਕਿ ਇਹਨਾਂ ਨੇ ਪ੍ਰਵਾਨਗੀ ਨਹੀਂ ਸੀ ਲਈ, ਅਤੇ ਅਕਾਲੀ ਦਲ ਕਹਿੰਦਾ ਵੀ ਜਿਹੜਾ ਪ੍ਰੋਟੈਸਟ ਕਰਨਾ ਸਾਡਾ ਹੱਕ ਆ, ਇਹਦੇ ਵਾਸਤੇ ਪ੍ਰਵਾਨਗੀ ਦੀ ਜਿਹੜੀ ਆ ਉਹ ਲੋੜ ਨਹੀਂ ਸੀਗੀ। ਅਕਾਲੀ ਦਲ ਨੇ ਦਾਅਵਾ ਇਹੀ ਕੀਤਾ ਕਿ ਅਸੀਂ ਇਹ ਜਿਹੜਾ ਮਾਰਚ ਆ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਆ, ਅਤੇ ਅਸੀਂ ਕਿਸਾਨਾਂ ਦੇ ਹੱਕ ਦੀ ਪਾਰਟੀ ਜਿਹੜੇ ਆ ਉਹ ਹੈਗੇ ਆ ਜੀ। ਹੁਣ ਲੋਕ ਇਹ ਗੱਲ ਭੁੱਲ ਨਹੀਂ ਰਹੇ ਕਿ ਜਦੋਂ ਖੇਤੀ ਬਿੱਲ ਇਹ ਲਾਗੂ ਹੋਇਆ ਮੋਦੀ ਸਰਕਾਰ ਵੱਲੋਂ, ਉਸ ਵੇਲੇ ਅਕਾਲੀ ਦਲ ਜਿਹੜਾ ਭਾਈਵਾਲ ਸੀ ਮੋਦੀ ਸਰਕਾਰ ਦੇ ਵਿੱਚ, ਅਤੇ ਬੀਬਾ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀਆਂ ਵੀਡੀਓ ਮੌਜੂਦ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹਨਾਂ ਬਿੱਲਾਂ ਨੂੰ ਬਹੁਤ ਹੀ ਵਧੀਆ ਦੱਸਿਆ ਸੀਗਾ, ਕਿਸਾਨ ਹਿੱਤੂ ਦੱਸਿਆ ਸੀਗਾ, ਅਤੇ ਕਿਹਾ ਸੀਗਾ ਇਹਨਾਂ ਦਾ ਬੇਲੋੜਾ ਵਿਰੋਧ ਜਿਹੜਾ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਬਿੱਲਾਂ ਦੀ ਖੁੱਲ੍ਹ ਕੇ ਸਮਝ ਪਈ, ਪੂਰਾ ਵਿਰੋਧ ਹੋਣ ਲੱਗ ਪਿਆ ਅਕਾਲੀ ਦਲ ਦਾ, ਤਾਂ ਅਕਾਲੀ ਦਲ ਦੇ ਦਬਾਅ ਦੇ ਵਿੱਚ ਆਉਂਦਿਆਂ ਭਾਈਵਾਲੀ ਜਿਹੜੀ ਆ ਛੱਡ ਦਿੱਤੀ ਸੀਗੀ, ਅਤੇ ਹੁਣ ਉਹ ਇਹ ਕਹਿ ਰਹੇ ਆ ਕਿ ਅਸੀਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਆ, ਉਹਨਾਂ ਦੇ ਵਾਸਤੇ ਇਹ ਜਿਹੜਾ ਪ੍ਰੋਟੈਸਟ ਆ ਕੀਤਾ ਆ। ਇਸ ਤਰ੍ਹਾਂ ਇਹ ਵੀ ਹੋਇਆ ਕਿ ਜਦੋਂ ਕਿਸਾਨ ਸਮਰਥਕ ਵਾਪਸ ਆ ਰਹੇ ਸੀਗੇ ਤਾਂ ਅਕਾਲੀਆਂ ਵੱਲੋਂ ਜਦੋਂ ਅਕਾਲੀ ਵਾਪਸ ਆ ਰਹੇ ਸੀਗੇ ਤਾਂ ਕਿਸਾਨ ਸਮਰਥਕਾਂ ਵੱਲੋਂ ਅੱਡ ਥਾਂ ਉਹਨਾਂ ਨੂੰ ਘੇਰ ਕੇ ਜਿਹੜਾ ਜੀ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਦਾ ਗਾਲੀ ਗਲੋਚ ਵੀ ਕੀਤਾ ਗਿਆ, ਉਹਨਾਂ ਨੂੰ ਲਾਹਣਤਾਂ ਵੀ ਪਾਈਆਂ ਗਈਆਂ। ਇਹ ਵੀ ਕਿਹਾ ਗਿਆ ਕਿ ਡਰਾਮੇ ਜਿਹੜੇ ਆ ਕਿਸਾਨ ਪੱਖੀ ਹੋਣ ਦੇ ਬੰਦ ਕੀਤੇ ਜਾਣ, ਇਹ ਸਾਰੇ ਸਿਆਸੀ ਡਰਾਮੇ ਆ, ਸਿਆਸਤ ਵਾਸਤੇ, ਵੋਟਾਂ ਵਾਸਤੇ ਜਿਹੜਾ ਆ ਕਿਸਾਨ ਹਿੱਤੂ ਬਣਾਉਣ ਦਾ ਨਕਲੀ ਇਹ ਡਰਾਮਾ ਜਿਹੜਾ ਕੀਤਾ ਜਾ ਰਿਹਾ ਆ। ਦੂਜੇ ਪਾਸੇ ਅਕਾਲੀ ਸਮਰਥਕ ਜਿਹੜੇ ਆ ਉਹ ਵੀ ਬੜੀਆਂ ਲੌਜਿਕ ਵਾਲੀਆਂ ਦਲੀਲਾਂ ਦੇ ਰਹੇ ਆ। ਉਹ ਕਹਿੰਦੇ ਵੀ ਕਿਸਾਨ ਮੋਰਚੇ 'ਚ ਬੈਠੇ ਜਿਹੜੇ ਕਾਮਰੇਡ ਆਗੂ ਆ ਜਾਣ ਬੁੱਝ ਕੇ ਅਕਾਲੀਆਂ ਦਾ ਵਿਰੋਧ ਕਰ ਰਹੇ ਆ, ਉਹ ਕਿਸੇ ਹੋਰ ਪਾਰਟੀ ਦਾ ਵਿਰੋਧ ਜਿਹੜਾ ਨਹੀਂ ਕਰਦੇ, ਪਰ ਅਕਾਲੀ ਦਲ ਜਿਹੜਾ ਵੀ ਪ੍ਰੋਗਰਾਮ ਦਿੰਦਾ ਉਹਦਾ ਜਿਹੜਾ ਆ ਕਿਸਾਨ ਮੋਰਚੇ ਦੀ ਆੜ ਦੇ ਵਿੱਚ ਕਾਮਰੇਡ ਜਿਹੜੇ ਆ ਵਿਰੋਧ ਕਰਦੇ ਆ ਜੀ। ਉਹ ਕਹਿੰਦੇ ਅਸੀਂ ਕਿਸਾਨ ਆਗੂਆਂ ਦੀ ਅਪੀਲ ਦੇ ਉੱਤੇ ਫੁੱਲ ਚੜਾਉਂਦਿਆਂ ਹੋਇਆਂ ਇਹ ਰੋਸ ਮਾਰਚ ਲਿਖਿਆ ਸੀਗਾ, ਅਤੇ ਅਸੀਂ ਕਿਸਾਨਾਂ ਦੇ ਭਲੇ ਲਈ ਲਿਖਿਆ ਸੀਗਾ, ਤਾਂ ਫਿਰ ਇਸ ਗੱਲ ਦਾ ਵਿਰੋਧ ਜਿਹੜਾ ਆ ਉਹ ਕਿਉਂ ਸਾਡਾ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਜਿੱਦਣ ਰਾਜੇਵਾਲ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਅੱਡ ਸਿਆਸੀ ਪਾਰਟੀਆਂ ਦੀ, ਉਦੋਂ ਰਾਜੇਵਾਲ ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਸੀਗੀ ਕਿ ਜੇ ਕੁਛ ਕਰਨਾ ਹੀ ਆ ਤਾਂ ਸੰਸਦ ਨੂੰ ਘੇਰੋ, ਪੰਜਾਬ ਦੇ ਵਿੱਚ ਰੈਲੀਆਂ ਜਿਹੜੀਆਂ ਉਹ ਨਾ ਕਰੋ। ਕਹਿੰਦੇ ਅਸੀਂ ਉਹਨਾਂ ਦੇ ਬਚਨਾਂ ਦੇ ਉੱਤੇ ਫੁੱਲ ਚੜਾਉਂਦੇ ਹਾਂ, ਪੰਜਾਬ ਦੇ ਵਿੱਚ ਰੈਲੀਆਂ ਜਿਹੜੀਆਂ ਮੁਲਤਵੀ ਕੀਤੀਆਂ, ਅਤੇ ਜਿਹੜਾ ਦਿੱਲੀ ਜਿਹੜਾ ਪ੍ਰੋਗਰਾਮ ਹੈ ਸੰਸਦ ਵੱਲ ਚੱਲਣ ਵਾਲਾ ਉਹਨਾਂ ਦੇ ਕਹਿਣ ਦੇ ਉੱਤੇ, ਕਿਸਾਨ ਆਗੂਆਂ ਦੇ ਕਹਿਣ ਦੇ ਉੱਤੇ ਰੱਖਿਆ, ਅਤੇ ਹੁਣ ਸਾਡਾ ਵਿਰੋਧ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਸੁਖਬੀਰ ਬਾਦਲ ਉਹਨਾਂ ਨੇ ਤਾਂ ਰਾਜੇਵਾਲ ਦੇ
ਫੈਸਲੇ ਦੇ ਉੱਤੇ ਫੁੱਲ ਚੜਾਏ ਆ। ਤੇ ਹੁਣ ਸਾਡਾ ਵਿਰੋਧ ਜਿਹੜਾ ਅਕਾਲੀਆਂ ਦਾ ਵਿਰੋਧ ਆ ਕਿਉਂ ਕੀਤਾ ਜਾ ਰਿਹਾ, ਕਹਿੰਦੇ ਹੁਣ ਜਾਂ ਤਾਂ ਰਾਜੇਵਾਲ ਹੁਣੀ ਸਪਸ਼ਟ ਕਰਨ ਵੀ ਉਹਨਾਂ ਵੱਲੋਂ ਜਿਹੜੀ ਗੱਲ ਇਹ ਕਹੀ ਗਈ ਸੀਗੀ ਕਿ ਸੰਸਦ ਘੇਰਿਆ ਜਾਵੇ ਸਿਆਸੀ ਪਾਰਟੀਆਂ ਵੱਲੋਂ, ਉਹ ਗਲਤ ਸੱਦਾ ਸੀਗਾ, ਤੇ ਜਾਂ ਫਿਰ ਇਹ ਗੱਲ ਮੰਨਣ ਕਿ ਜਿਹੜੀ ਉਹ ਗੱਲ ਕਹਿੰਦੇ ਆ ਬਾਕੀ ਕਿਸਾਨ ਮੋਰਚੇ ਵਿਚਲੇ ਬੈਠੇ ਜਿਹੜੇ ਆਗੂ ਆ, ਕਾਮਰੇਡ ਆਗੂ ਆ, ਉਹਨਾਂ ਦੀ ਮੰਨਦੇ ਕੁਛ ਨਹੀਂ। ਉਹ ਕਹਿੰਦੇ ਅਕਾਲੀਆਂ ਨੇ ਸਿਰਫ ਉਹੀ ਕੁਛ ਕੀਤਾ ਸੀਗਾ ਜੋ ਉਹਨਾਂ ਨੂੰ ਕਰਨ ਦੇ ਵਾਸਤੇ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਸੀਗਾ, ਪਰ ਫਿਰ ਵੀ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਆ, ਉਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਆ, ਇਹ ਜਿਹੜੀ ਗੱਲ ਆ ਉਹ ਸਹੀ ਨਹੀਂ ਹੋਈ ਜੀ। ਇਹ ਅਕਾਲੀ ਦਲ ਦੇ ਸਮਰਥਕਾਂ ਦਾ ਕਹਿਣਾ ਆ। ਤੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਭਵਿੱਖ ਦੀ, ਪੰਜਾਬ ਦੀਆਂ ਜ਼ਮੀਨਾਂ ਦੀ, ਤੁਹਾਡੀਆਂ ਜ਼ਮੀਨਾਂ ਦੀ। ਬਹੁਤ ਸਾਰੇ NRI ਜਿਹੜੇ ਆ ਉਹ ਜ਼ਮੀਨਾਂ ਦੇ ਮਾਲਕ ਨੇ, ਵਾਹੀਯੋਗ ਜ਼ਮੀਨਾਂ ਜਿਹੜੀਆਂ ਉਹ ਪਿੱਛੇ ਠੇਕੇ 'ਤੇ ਦੇ ਕੇ ਆਏ ਹੋਏ ਆ, ਕਈਆਂ ਦੇ ਰਿਸ਼ਤੇਦਾਰ ਜਿਹੜੇ ਆ ਉਹ ਵਾਹੁੰਦੇ ਆ। ਸੋ ਗੱਲ ਕੀ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਈਵੇਜ਼ ਦਾ ਜਾਲ ਜਿਹੜਾ ਆ ਉਹ ਵਿਛਾਇਆ ਜਾ ਰਿਹਾ ਆ। ਅੱਡ ਅੱਡ ਹਾਈਵੇਜ਼ ਜਿਹੜੇ ਬਣ ਰਹੇ ਆ ਤਾਂ ਕਿ ਪੰਜਾਬ ਨੂੰ ਭਾਰਤ ਦੀਆਂ ਅੱਡ ਅੱਡ ਬੰਦਰਗਾਹਾਂ, ਚਾਹੇ ਉਹ ਡਰਾਈ ਪੋਰਟਸ ਨੇ ਅਤੇ ਚਾਹੇ ਉਹ ਸੀ ਪੋਰਟਸ ਨੇ, ਉਹਨਾਂ ਦੇ ਨਾਲ ਜੋੜਿਆ ਜਾ ਸਕੇ। ਸੋ 2023 ਤੱਕ ਇਹ ਹਾਈਵੇਜ਼ ਬਣਾਉਣ ਦਾ ਟੀਚਾ ਜਿਹੜਾ ਮਿੱਥਿਆ ਗਿਆ ਆ। ਇੱਕ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਗੁਜਰਾਤ ਦੇ ਸ਼ਹਿਰ ਜਾਮਨਗਰ ਤੱਕ ਬਣਾਇਆ ਜਾ ਰਿਹਾ, ਜਿਹੜਾ ਕਿ ਤਕਰੀਬਨ 1250 ਕਿਲੋਮੀਟਰ ਲੰਮਾ ਆ। ਇਹ ਕਿਹਾ ਜਾ ਰਿਹਾ ਕਿ 4 ਲੇਨ ਦਾ ਐਕਸਪ੍ਰੈਸ ਹੋਣਾ ਆ, ਮਤਲਬ ਸਿੱਧੀ ਗੱਡੀ ਜਾਣੀ ਇਹਦੇ ਉੱਤੇ, ਅਤੇ ਗਾਂਹ ਇਹਨੂੰ 6 ਲੇਨ ਦਾ ਕੀਤਾ ਜਾਣਾ ਆ। 80,000 ਕਰੋੜ ਰੁਪਈਆ 'ਤੇ ਖਰਚਿਆ ਜਾਣਾ। ਇੱਦਾਂ ਹੀ ਅੰਮ੍ਰਿਤਸਰ ਤੋਂ ਦਿੱਲੀ ਜਿਹੜਾ ਕਿ 400 ਕਿਲੋਮੀਟਰ ਲੰਮਾ 4 ਲੇਨ ਦਾ ਐਕਸਪ੍ਰੈਸ ਬਣਾਇਆ ਜਾ ਰਿਹਾ ਆ। ਉਹਦੇ ਵਿੱਚ ਵੀ ਇਹੀ ਕਿਹਾ ਰਿਹਾ ਕਿ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ 'ਚ ਪਹੁੰਚ ਜਾ ਕਰਨਾ। 35,000 ਕਰੋੜ ਰੁਪਏ ਦੇ ਉੱਤੇ ਖਰਚ ਹੋਣੇ ਆ। ਗਾਹਾਂ ਇਹ 8 ਲੇਨ ਦਾ ਕਰ ਦੇਣਾ। ਇਸ ਤਰ੍ਹਾਂ ਦਿੱਲੀ ਤੋਂ ਬੰਬੇ 1380 ਕਿਲੋਮੀਟਰ ਗਾਂਹ ਜਿਹੜਾ ਇਹਨੂੰ ਜੋੜਨਾ ਆ, ਇੱਕ 8 ਮਾਰਗੀ ਐਕਸਪ੍ਰੈਸ ਵੇ ਜਿਹੜਾ ਆ ਉਹ ਤਿਆਰ ਕੀਤਾ ਜਾ ਰਿਹਾ ਆ। ਅਤੇ ਅੰਮ੍ਰਿਤਸਰ ਤੋਂ ਕਲਕੱਤਾ ਜਿਹੜਾ ਮਾਰਗ ਆ ਉਹਦੇ ਉੱਤੇ ਵੀ ਬਹੁਤ ਸਾਰਾ ਪੈਸਾ ਜਿਹੜਾ ਆ ਉਸ ਕੋਰੀਡੋਰ ਦੇ ਉੱਤੇ ਖਰਚਿਆ ਜਾ ਰਿਹਾ। ਉੱਥੇ ਵੱਡੇ ਵੱਡੇ ਉਦਯੋਗਿਕ ਕੇਂਦਰ ਜਿਹੜੇ ਵਿਕਸਿਤ ਕੀਤੇ ਜਾ ਰਹੇ ਆ। ਇਹ ਸਾਰਾ ਕਿਉਂ ਹੋ ਰਿਹਾ? ਬਿਕੋਜ਼ ਪੂਰੀ ਦੁਨੀਆ ਨੂੰ ਇਹ ਗੱਲ ਸਮਝ ਆ ਚੁੱਕੀ ਆ ਕਿ ਗਾਂਹ ਆਪਸ ਵਿੱਚ ਵਪਾਰ ਕਰਕੇ ਸਰਨਾ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ, ਅਸੀਂ ਉਦੋਂ ਵੀ ਇਹ ਗੱਲ ਆਖੀ ਸੀਗੀ ਕਿ ਲਾਂਘੇ ਗਾਹਾਂ ਹੋਰ ਵੀ ਖੁੱਲ੍ਹਣੇ ਆ। ਇਹ ਵਪਾਰ ਜਿਹੜੇ ਆ ਗਾਹਾਂ ਵਧਣੇ ਆ, ਭਾਰਤ ਦਾ ਪਾਕਿਸਤਾਨ ਦੇ ਨਾਲ, ਪਾਕਿਸਤਾਨੀ ਵਿੱਚ ਹੀ ਹੋ ਕੇ ਅਫਗਾਨਿਸਤਾਨ ਨਾਲ, ਉਸ ਤੋਂ ਬਾਅਦ ਦੇ ਵਿੱਚ ਟੋਟਲ ਯੂਰੇਸ਼ੀਆ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਤੱਕ ਹੈ ਨਾ, ਅਤੇ ਇੱਧਰੋਂ ਮਿਡਲ ਈਸਟ ਦੇ ਜਿਹੜੇ ਸਾਰੇ ਮੁਲਕ ਇਹਨਾਂ ਨਾਲ ਸੜਕੀ ਵਪਾਰ ਜਿਹੜਾ ਖੁੱਲ੍ਹਣਾ ਆ। ਚੀਨ ਵਾਲਾ ਸਿਲਕ ਰੂਟ ਜਿਹੜਾ ਉਹ ਵੀ ਚੱਲਣਾ ਆ। ਅਤੇ ਪੰਜਾਬ ਜਿਹੜਾ ਮੈਦਾਨੀ ਇਲਾਕਾ ਆ ਉਸ ਵਾਸਤੇ ਇਹ ਮੁੱਖ ਕੇਂਦਰ ਹੋਣਾ। ਇੱਥੇ ਡਰਾਈ ਪੋਰਟਸ ਬਣਨੀਆਂ, ਵੱਡੇ ਵੱਡੇ ਸਾਈਲੋ ਬਣਨੇ ਆ। ਇਸੇ ਕਰਕੇ ਜਿਹੜੇ ਖੇਤੀ ਬਿੱਲ ਲਿਆਂਦੇ ਗਏ ਆ ਕਿ ਖੇਤੀ ਜਿਹੜੀ ਆ ਉਹ ਫਾਇਦੇਮੰਦ ਨਾ ਰਹੇ, ਅਤੇ ਜਿਹੜੇ ਖਿੱਝ ਕੇ ਕਿਸਾਨ ਜਿਹੜੇ ਆ ਉਹ ਆਪਣੀਆਂ ਜ਼ਮੀਨਾਂ ਵੇਚ ਜਾਣ ਜਾਂ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ। ਉਦੋਂ ਬਾਅਦ ਜਿਹੜੇ ਹੋਰ ਲੋਕ ਇੱਥੇ ਮਾਲਕ ਹੋਣਗੇ ਜ਼ਮੀਨਾਂ ਦੇ, ਉਹ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਇੱਥੇ ਕਰਨਗੇ। ਸੋ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਲੱਗਦਾ ਕਿ ਇੱਥੇ ਜ਼ਮੀਨਾਂ ਵੇਚ ਆਓ, ਮੁੜ ਕੇ ਜਿਹੜਾ ਰੇਟ ਅੱਜ ਮਿਲ ਰਿਹਾ ਖਰੇ ਇਹ ਵੀ ਨਹੀਂ ਮਿਲਣਾ। ਪਰ ਸੱਚਾਈ ਇਸ ਤੋਂ ਉਲਟ ਆ। ਜਿਹੜਾ ਰੇਟ ਅੱਜ ਤੋਂ 10 ਸਾਲ ਬਾਅਦ ਹੋਣਾ ਆ ਉਹ ਸ਼ਾਇਦ ਕਦੀ ਵੀ ਹੋਇਆ ਨਹੀਂ ਹੋਣਾ। ਪੰਜਾਬ ਦੀ ਜ਼ਮੀਨ ਦੀ ਅਸਲ ਵਕਤ ਹੱਲੇ ਪੈਣੀ ਆ। ਇਹ ਗੱਲ ਸਾਰਿਆਂ ਨੂੰ ਸੋਚਣੀ ਬਣਦੀ ਆ ਕਿ ਜਿਹੜੀ ਜ਼ਮੀਨ ਤੁਸੀਂ ਇੱਕ ਵਾਰੀ ਵੇਚ ਆਉਣੀ ਆ, ਕੀ ਤੁਸੀਂ ਮੁੜ ਕੇ ਕਦੀ ਖਰੀਦ ਸਕਦੇ ਹੋ ਜਾ ਕੇ? ਕਿਉਂਕਿ ਬਾਹਰਲੇ ਨੂੰ ਤਾਂ ਜ਼ਮੀਨ ਖਰੀਦਣ ਦਾ ਅਧਿਕਾਰ ਹੀ ਨਹੀਂ ਹੋਣਾ। ਸੋ ਜਿਹੜੀ ਤੁਸੀਂ ਜ਼ਮੀਨ ਇੱਕ ਵਾਰੀ ਵੇਚ ਦਿੱਤੀ ਉਹ ਮੁੜ ਕੇ ਤਾਂ ਲਈ ਨਹੀਂ ਜਾਣੀ। ਅਤੇ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਪ੍ਰਵਾਸੀ ਪੰਜਾਬੀ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਸਿੱਖਾਂ ਦੀ ਆ, ਉਹ ਆਪਣੀ ਜ਼ਮੀਨ ਵੇਚ ਕੇ ਇੱਥੋਂ ਨਿਕਲ ਜਾਣ। ਜ਼ਮੀਨ ਦੀ ਮਲਕੀਅਤ ਜਿਹੜੀ ਆ ਉਹ ਖਤਮ ਹੋ ਜਾਵੇ। ਇਤਿਹਾਸਕ ਫੈਕਟ ਹੈਗਾ ਕਿ ਇਜ਼ਰਾਈਲ ਜਦੋਂ ਬਣਿਆ ਤਾਂ ਯਹੂਦੀਆਂ ਨੂੰ ਉਹ ਜਗ੍ਹਾ ਜਿਹੜੀ ਆ ਮੁੱਲ ਲੈਣੀ ਪਈ ਸੀਗੀ। ਅਤੇ ਹੁਣ ਤੁਸੀਂ ਜਿਹੜੇ ਪ੍ਰਵਾਸੀ ਪੰਜਾਬੀ ਇਹਨਾਂ ਨੂੰ ਇਸ ਤਰੀਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਾਂ ਸੋਚ ਬਣਾਈ ਜਾ ਰਹੀ ਹੈ, ਬਰਤਾਂਤ ਸਿਰਜਿਆ ਜਾ ਰਿਹਾ ਕਿ ਜ਼ਮੀਨਾਂ ਵੇਚ ਦਿਓ ਜਿਹੜੀਆਂ ਤੁਹਾਡੇ ਕੋਲ ਪਈਆਂ ਹੋਈਆਂ। ਸੋ ਉੱਥੇ ਵਾਲੀ ਵੇਚ ਕੇ ਜਿਹੜਾ ਬਣਨਾ ਕੁਛ ਨਹੀਂ, ਕਿਉਂਕਿ ਡਾਲਰ ਦਾ ਅਤੇ ਰੁਪਈਏ ਦਾ ਫਰਕ ਬਹੁਤ ਪੈ ਗਿਆ ਆ। ਉੱਥੇ ਅੱਜ ਜ਼ਮੀਨ ਵੇਚ ਕੇ ਇੱਥੇ ਕੁਛ ਨਹੀਂ ਆਉਂਦਾ, ਪਰ ਜਿਹੜੀ ਉੱਥੇ ਜ਼ਮੀਨ ਪਈ ਰਹੂਗੀ ਉਹਦਾ ਮੁੱਲ ਜਿਹੜਾ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਜਿਹੜਾ ਪੈਣਾ ਹੀ ਪੈਣਾ ਆ। ਅਤੇ ਹਾਲ ਦੀ ਘੜੀ ਜਿਹੜੀ ਗੱਲ ਪੱਕੀ ਹੈ ਕਿ ਜ਼ਮੀਨ ਵੇਚ ਕੇ ਪੰਜਾਬ ਤੋਂ ਹੱਕ ਗਵਾ ਲੈਣਾ ਕੋਈ ਦੂਰ ਅੰਦੇਸ਼ੀ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੈਗੀ। ਇੱਥੇ ਹੀ ਅੱਜ ਦਾ ਪ੍ਰੋਗਰਾਮ, ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਅਗਲੇ ਹਫ਼ਤੇ ਸੋਮਵਾਰ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।